कि सुख धालीवाल जी साडी वोट के उत्ते अपना हक इस बार फिर क्यों समझे कि सरी न्यूटन के लोगों ने मैनू अपने परिवार का अंग बनाया एक और मैं भी उन्होंने अपने परिवार का एक अंग समझ के ये मेक श्योर किया जदों किसी भी क्राइसिस या किसी भी समस्या चो लंघते मैं हमेशा जोड़ा है वो कोशिश की कि मैं उन्होंने चुनिया हुआ नुमाइंदा उन्होंने नाल मोढे ला के वो हल लभ सकां कि सचमुच इस वक्त इन्हां चोणां दी जरूरत सी जां नहीं। सरी न्यूटन के लोग मैं एज ए उन्होंने चुनिया हुआ नुमाइंदा कोविड दौरान भी जो दफ्तर खुला रखा 24/7 उन्होंने जो खिदमत हाजिर रहा। मैं धन्यवाद करदा तुहाडा एज ए मीडिया कि तुसीं लोकां ताईं ये अवेयरनैस लिआंदी और कैनेडा के सारे लोगों का और खास करके सरी न्यूटन के जिहड़े बहुत वड्डी तादाद दे विच जिन्हां ने जिहड़ी है वो फुल्ली वैक्सीनेट होए। हुण अगे क्राइसिस दे विचों जदों असीं बाहर निकलना तां ये बड़ा जरूरी है कि इकनॉमिक रिकवरी जिहड़ी आ वो हो सके और उहदे विच जिहड़ियां मिलियन जॉब्स लूज होईयां साडे बिजनेस जाओ किस तरीके दे नाल असीं उन्हां नूं उन्हां दे पैर सिर लैके आउणा। अपने नौजवान कुछ नशियां विच भी ने कुछ आपां वेखदे हां कि ठाठू भी सरी च हुंदी रहिंदी है। हुण इस मसले नूं किन्नी क गंभीरता नाल तुसीं उठाओगे जेकर दोबारा चुनदे साडियां कम्यूनिटी ऑर्गेनाइजेशनस ਉਹਦੇ ਵਿੱਚ पेरेंट्स स्कूल बोर्ड बॉडीज़ ਤੇ ਤਿੰਨੇ ਆਰਡਰਸ ਆਫ ਗਵਰਨਮੈਂਟ ਸਾਨੂੰ ਰਲ ਕੇ ਕੰਮ ਕਰਨਾ ਪੈਣਾ ਤਾਂ ਕਿ ਅਸੀਂ ਉਹਦੇ ਮਦਦ ਕਰ ਸਕੀਏ। ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਡਿਸੀਜਨ 2021 ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਤੇ ਕੁਝ ਹਫ਼ਤੇ ਹਾਲੇ ਹੋਰ ਨੇ ਜਦੋਂ ਚੋਣ ਪ੍ਰਚਾਰ ਕੈਨੇਡਾ ਦੀਆਂ ਫੈਡਰਲ ਚੋਣਾਂ ਦਾ ਲਗਾਤਾਰ ਹੁੰਦਾ ਰਹੇਗਾ, ਸਿਆਸੀ ਪਾਰਾ ਗਰਮਾਉਂਦਾ ਰਹੇਗਾ। ਅਸੀਂ ਬੀਤੇ ਕਈ ਦਿਨਾਂ ਤੋਂ ਲਗਾਤਾਰ ਕੋਸ਼ਿਸ਼ ਕਰਦੇ ਆ ਰਹੇ ਹਾਂ कि जिन्होंने तुहाडी आवाज़ बनना है, जिन्होंने तुहाडी नुमाइंदगी करनी है, वो सचमुच तुहाडी आवाज़ बनने के हकदार हैं जां फिर नहीं। तुसी किसी नूं अपना मतदान अपनी वोट क्यों देवो? बहुत सारे तुहाडे सवाल हुंदे है पर हर एक उम्मीदवार नूं तुसी सीधे सवाल नहीं कर सकते। वो काम असीं तुहाडा करदे हां। सो अज सरी न्यूटन तो पहलां भी लगातार 4 वार तुहाडी नुमाइंदगी कर चुके हैं, तुहाडी आवाज़ बन चुके हैं। समय समय ते ਤੁਹਾਡੀਆਂ ਗੱਲਾਂ ਬਾਤਾਂ ਤੁਹਾਡੀਆਂ ਸੁਣਦੇ ਵੀ ਹੈ ਤੇ ਆਟਵਾ ਪਹੁੰਚਾਉਂਦੇ ਵੀ ਹੈ ਤੇ ਆਟਵਾ ਤੋਂ ਸੁਨੇਹੇ ਤੁਹਾਡੇ ਤੱਕ ਪੁੱਜਦੇ ਕਰਦੇ ਹੈ। ਉਹ ਹਨ ਸੁਖ ਧਾਲੀਵਾਲ ਸਾਹਿਬ। ਇੱਕ ਵਾਰੀ ਫਿਰ ਤੋਂ ਜ਼ਿਮਨੀ ਚੋਣਾਂ ਦਾ ਐਲਾਨ ਹੋਇਆ 20 ਸਤੰਬਰ ਨੂੰ ਤੁਸੀਂ ਆਪੋ ਆਪਣੀਆਂ ਵੋਟਾਂ ਪਾ ਕੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਭੁਗਤਣਾ ਤੇ ਕਿਸੇ ਦੇ ਵਿਰੋਧ ਵਿੱਚ ਭੁਗਤਣਾ ਹੈ। ਸੁਖ ਧਾਲੀਵਾਲ ਸਾਹਿਬ ਤੁਹਾਡੇ ਤੋਂ ਫਿਰ ਇੱਕ ਵਾਰ ਮੈਦਾਨ ਵਿੱਚ ਨਿਤਰੇ ਨੇ ਤੇ ਚੋਣ ਮੈਦਾਨ ਵਿੱਚ ਨੇ। ਤੁਸੀਂ ਉਹਨਾਂ ਨੂੰ ਵੋਟ ਕਿਉਂ ਪਾਵੋ? ਬਹੁਤ ਸਾਰੇ ਸਵਾਲ ਹੈ ਤੁਹਾਡੇ। ਅੱਜ ਅਸੀਂ ਤੁਹਾਡੇ ਸਵਾਲ ਸੁਖ ਧਾਲੀਵਾਲ ਸਾਹਿਬ ਦੇ ਹਵਾਲੇ ਕਰਾਂਗੇ। ਧਾਲੀਵਾਲ ਸਾਹਿਬ ਦੇਖਦੇ ਹਾਂ ਕਿ ਕੀ ਕਹਿੰਦੇ ਆ ਕਿ ਉਹ ਤੁਹਾਡੇ ਤੋਂ ਵੋਟ ਕਿਉਂ ਚਾਹੁੰਦੇ ਆ ਕਿ ਉਹਨਾਂ ਦਾ ਹੱਕ ਹੈ। ਆਓ ਸਭ ਤੋਂ ਪਹਿਲਾਂ ਸਰੀ न्यूटन ਤੋਂ ਚੋਣ ਲੜ ਰਹੇ ਲਿਬਰਲ ਪਾਰਟੀ ਦੇ ਉਮੀਦਵਾਰ ਜਿਹੜੇ ਪਹਿਲਾਂ 4 ਵਾਰ ਨੁਮਾਇੰਦਗੀ ਕਰ ਚੁੱਕੇ ਤੇ 5ਵੀਂ ਵਾਰੀ ਫੇਰ ਤੁਹਾਡੀਆਂ ਬਰੂਹਾਂ ਤੇ ਆ ਰਹੇ ਨੇ, ਡੋਰ ਨੌਕਿੰਗ ਵੀ ਕਰ ਰਹੇ ਨੇ ਤੇ ਅੱਜ ਸਾਡੇ ਸਟੂਡੀਓ ਵਿੱਚ ਨੇ। ਧਾਲੀਵਾਲ ਸਾਹਿਬ ਜੀ ਆਨ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਮਿਸਟਰ ਬੈਨੀਪਾਲ ਜੀ, ਮੇਰੇ ਵੱਲੋਂ ਤੁਹਾਨੂੰ ਔਰ ਸਾਂਝਾ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ ਜੀ। ਧਾਲੀਵਾਲ ਸਾਹਿਬ ਪਹਿਲਾਂ ਵੀ ਤੁਸੀਂ 4 ਵਾਰ ਨੁਮਾਇੰਦਗੀ ਕੀਤੀ ਹੈ, ਭਾਵੇਂ ਕੌਂਸਟੀਚੁਐਂਸੀ ਨਵੀਂ ਬਣੀ ਉਹਦੇ ਵਿੱਚ ਵੀ ਤੁਸੀਂ ਲਗਾਤਾਰ ਇੱਕ ਵਾਰ ਤੁਸੀਂ ਨਹੀਂ ਪਰ ਬਾਰ-ਬਾਰ ਜਿੱਤਦੇ ਰਹੇ। ਹੁਣ ਇੱਕ ਵਾਰੀ ਫੇਰ ਜ਼ਿਮਨੀ ਚੋਣਾਂ ਦਾ ਐਲਾਨ ਹੋਇਆ ਹੈ। ਬਹੁਤ ਸਾਰੇ ਦਰਸ਼ਕ ਹੋਣਗੇ ਜਿਹੜੇ ਭਲੀ ਭਾਂਤ ਤੁਹਾਨੂੰ ਜਾਣਦੇ ਆ, ਖਾਸ ਕਰਕੇ ਤੁਹਾਡੇ ਕੌਂਸਟੀਚੁਐਂਸੀ ਦੇ ਵਿੱਚ ਤੁਹਾਡੀ ਰਾਈਡਿੰਗ ਦੇ ਵਿੱਚ। ਸਭ ਤੋਂ ਪਹਿਲਾ ਤੇ ਅਹਿਮ ਸਵਾਲ ਉਹਨਾਂ ਦਾ ਇਹ ਹੋਣਾ ਹੈ ਕਿ ਸੁਖ ਧਾਲੀਵਾਲ ਜੀ ਸਾਡੀ ਵੋਟ ਦੇ ਉੱਤੇ ਆਪਣਾ ਹੱਕ ਇਸ ਵਾਰ ਫੇਰ ਕਿਉਂ ਸਮਝਦੇ ਨੇ? बड़ा वधिया सवाल किया। जिस तरह तुसीं कहा, देखो चाहे चुनिया होया नुमाइंदा मैं है सी, चाहे मैं चुनिया होया नुमाइंदा नहीं सी, मैं अपना सारा जीवन जिहड़ा हैगा जदों दा मैं सरी दे विच आया, मैं सरी न्यूटन दे विच ही, चाहे वो मैं अपना परिवार नूं रेज करन दी गल कर लो, चाहे मेरे बिजनेस नूं, चाहे मेरा जिहड़ा वा दुख सुख दे विच शरीक होना,
ਔਰ ਉਹਦੇ ਵਿੱਚ ਜਿਹੜੀ ਸਾਰਿਆਂ ਨਾਲੋਂ ਵੱਡੀ ਅਚੀਵਮੈਂਟ ਜਿਹੜੀ ਮੈਂ ਇਹ ਮਹਿਸੂਸ ਕਰਦਾ ਕਿ ਸਰੀ ਨਿਊਟਨ ਦੇ ਲੋਕਾਂ ਨੇ ਮੈਨੂੰ ਆਪਣੇ ਪਰਿਵਾਰ ਦਾ ਅੰਗ ਬਣਾਇਆ ਇੱਕ, ਔਰ ਮੈਂ ਵੀ ਉਹਨਾਂ ਨੂੰ ਆਪਣੇ ਪਰਿਵਾਰ ਦਾ ਇੱਕ ਅੰਗ ਸਮਝ ਕੇ ਇਹ ਮੇਕ ਸ਼ੋਰ ਕੀਤਾ ਕਿ ਮੇਰਾ ਹਰ ਦਮ ਹਰ ਪਲ ਜਿਹੜਾ ਮੇਰਾ ਹੈ ਉਹ ਉਹਨਾਂ ਦੀ ਜਿਹੜੀ ਹੈ ਰਹਿਣ ਰਮਾਈ ਕਰਨ ਦੇ ਵਿੱਚ ਹੀ ਲੱਗੇ। ਉਹਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਜਿੰਨਾ ਜੇ ਅੱਜ ਦੇਖਿਆ ਜਾਵੇ ਸਰੀ ਨਿਊਟਨ ਦਾ ਆਫਿਸ ਜਿਹੜਾ ਹੈਗਾ ਇਹ ਵੈਸਟਰਨ ਕੈਨੇਡਾ 'ਚ ਤਾਂ ਹੈ ਹੀ ਹੈ, ਇਨਫੈਕਟ ਕੈਨੇਡਾ ਦੇ ਲੈਵਲ ਦੇ ਉੱਤੇ ਹੀ ਸਾਰਿਆਂ ਨਾਲੋਂ ਬਿਜੀ ਦਫ਼ਤਰ ਹੈ ਜਿੱਥੇ ਬਹੁਤ ਸਾਰੀਆਂ ਸਮੱਸਿਆਵਾਂ ਲੈ ਕੇ ਜਿਹੜੇ ਸਰੀ ਨਿਊਟਨ ਦੇ ਲੋਕ ਆਉਂਦੇ ਆ, ਔਰ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਵਾ ਉਹ ਹੱਲ ਕਰਨਾ। ਕਿਉਂਕਿ ਦੇਖੋ ਵੱਡੀ ਅਚੀਵਮੈਂਟ, ਕਿਉਂਕਿ ਜਿਹੜਾ ਮੈਂਬਰ ਆਫ ਪਾਰਲੀਮੈਂਟ ਆ ਨਾ ਉਹ ਲੋਕਾਂ ਥਾਈਂ ਪਹੁੰਚ ਕਰਦਾ ਹੋਵੇ ਔਰ ਲੋਕ ਉਹਦੇ ਥਾਈਂ ਈਜ਼ੀਲੀ ਜਿਹੜੀ ਆ ਐਕਸੈਸਿਬਲੀ ਪਹੁੰਚ ਕਰ ਸਕਦੇ ਹੋਣ, ਉਹਦੇ ਵਿੱਚ ਮੈਨੂੰ ਮਾਣ ਆ। ਔਰ ਦੂਸਰੀ ਗੱਲ ਇਹ ਆ ਮੈਂ ਬਹੁਤ ਸਾਰੇ ਲੋਕਾਂ ਦੇ ਜਦੋਂ ਉਹ ਸਮੱਸਿਆ 'ਚ ਫਸੇ ਹੁੰਦੇ, ਚਾਹੇ ਉਹਨਾਂ ਦੀ ਇਮੀਗ੍ਰੇਸ਼ਨ ਰਿਲੇਟਡ ਹੋਈ, ਚਾਹੇ ਆ ਕੋਵਿਡ ਦੌਰਾਨ ਫਲਾਈਟਸ ਦੀ ਗੱਲ ਕਰ ਲਵੋ, ਚਾਹੇ ਤੁਸੀਂ ਗੱਲ ਕਰ ਲਓ CPP EI ਜਾਂ ਈਵਨ ਪਰਸਨਲ ਜਿਹੜੇ ਹੋਰ ਮਸਲੇ ਆ, ਜਦੋਂ ਉਹ ਕਿਸੇ ਵੀ ਕ੍ਰਾਈਸਿਸ ਦੇ ਵਿੱਚ ਜਾਂ ਕਿਸੇ ਵੀ ਸਮੱਸਿਆ 'ਚੋਂ ਲੰਘਦੇ ਮੈਂ ਹਮੇਸ਼ਾ ਜਿਹੜਾ ਹੈ ਉਹ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹਨਾਂ ਦੇ ਨਾਲ ਮੋਢੇ ਲਾ ਕੇ ਉਹ ਹੱਲ ਲੱਭ ਸਕਾਂ। ਉਹਦੇ ਵਿੱਚ ਜਿਹੜਾ ਕਿ ਮੈਂ ਆਪਣੇ ਕੰਸਟੀਟੂਐਂਟਸ ਨੂੰ ਜਿਹੜਾ ਸਰਵ ਕੀਤਾ ਹੈਗਾ ਉਹਦੇ ਵਿੱਚ ਮੈਂ ਮਾਣ ਮਹਿਸੂਸ ਕਰਦਾ ਹੈਗਾ। ਅੱਛਾ, ਇੱਕ ਹੋਰ ਦੱਸਿਓ, ਇੱਕ ਪਾਸੇ ਕੋਵਿਡ ਲਗਾਤਾਰ ਵਧ ਰਿਹਾ, ਤੁਹਾਡੇ ਵਿਰੋਧੀ ਵੀ ਆਖ ਰਹੇ ਨੇ, ਹੋ ਸਕਦਾ ਤੁਸੀਂ ਵੀ ਜਦੋਂ ਕਿਸੇ ਡੋਰ ਨੋਕਿੰਗ ਤੇ ਜਾਂਦੇ ਹੋ ਤੁਹਾਨੂੰ ਵੀ ਸਵਾਲ ਕੀਤਾ ਜਾਵੇ ਕਿ ਸੱਚਮੁੱਚ ਇਸ ਵਕਤ ਇਹਨਾਂ ਚੋਣਾਂ ਦੀ ਜ਼ਰੂਰਤ ਸੀ ਜਾਂ ਨਹੀਂ। ਦੇਖੋ ਜ਼ਰੂਰਤ ਮਿਸਟਰ ਬੈਨੀਪਾਲ ਜੀ ਇਹ ਸੀਗੀ, ਇਉਂ ਸੀਗੀ ਕਿਉਂਕਿ ਅਸੀਂ ਹੁਣ ਜਿਹੜੇ ਦੇਖਿਆ ਜਾਵੇ ਜਿਹੜਾ ਪਿਛਲੇ 2 ਸਾਲ ਦੇ ਵਿੱਚ 1.5-2 ਸਾਲ ਦੇ ਵਿੱਚ ਜਿਹੜਾ ਕੈਨੇਡਾ ਨਹੀਂ ਇਕੱਲਾ ਦੁਨੀਆ ਹੀ ਜਿਹੜੀ ਹੈਗੀ ਆ ਇਹ ਇੱਕ ਇੰਟਰਨੈਸ਼ਨਲ ਕ੍ਰਾਈਸਿਸ ਸੀ, ਠੀਕ ਹੈ ਨਾ। ਔਰ ਉਹਦੇ ਵਿੱਚ ਜਿਹੜਾ ਸੀਗਾ ਇਹ ਬੜਾ ਜ਼ਰੂਰੀ ਸੀਗਾ ਵੀ ਕੋਈ ਚੁਣਿਆ ਹੋਇਆ ਜਿਹੜਾ ਲੀਡਰ ਆ ਉਹ ਚੰਗੀ ਨੁਮਾਇੰਦਗੀ ਦੇ ਸਕੇ। ਉਹਦੇ ਵਿੱਚ ਸਾਰਿਆਂ ਨਾਲੋਂ ਪਹਿਲਾ ਜਿਹੜਾ ਸੀਗਾ ਉਹ ਟੈਸਟ ਇਹ ਸੀਗਾ ਕਿਉਂਕਿ ਵਰਲਡ ਵਾਰ ਤੋਂ ਬਾਅਦ ਪਹਿਲੀ ਵਾਰ ਇਹ ਹੋਇਆ। ਉਹਦੇ ਵਿੱਚ ਪਹਿਲਾਂ ਇਹ ਸੀ ਵੀ ਜਿਹੜੇ ਲੋਕ ਨੇ ਕੈਨੇਡਾ ਦੇ ਸਾਡੇ ਉਹਨਾਂ ਨੂੰ ਜਾਂ ਸਰੀ ਨਿਊਟਨ ਦੇ ਲੋਕ ਮੈਂ ਐਜ਼ ਏ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਕੋਵਿਡ ਦੌਰਾਨ ਵੀ ਜਿਹੜਾ ਦਫ਼ਤਰ ਖੁੱਲ੍ਹਾ ਰੱਖਿਆ 24/7 ਉਹਨਾਂ ਦੀ ਜਿਹੜਾ ਖਿਦਮਤ 'ਚ ਹਾਜ਼ਰ ਰਿਹਾ। ਉਸ ਤੋਂ ਬਾਅਦ ਆ ਗਿਆ ਨੈਸ਼ਨਲ ਲੀਡਰ ਦੀ ਗੱਲ ਕਰੀਏ ਟਰੂਡੋ ਉਹਨਾਂ ਦੀ, ਉਹਨਾਂ ਨੇ ਚਾਹੇ ਅਸੀਂ ਇੰਡੀਵਿਜੂਅਲ ਲੋਕਾਂ ਨੂੰ ਬੈਨੀਫਿਟਸ ਦੇਣੇ ਸੀ, ਚਾਹੇ ਅਸੀਂ ਸਟੂਡੈਂਟਸ ਨੂੰ ਬੈਨੀਫਿਟਸ ਦੇਣੇ ਸੀ, ਚਾਹੇ ਅਸੀਂ ਸੀਨੀਅਰਸ ਨੂੰ, ਚਾਹੇ ਅਸੀਂ ਬਿਜ਼ਨਸ ਨੂੰ ਲੋਨਸ ਜਾਂ ਬੇਸ ਸਬਸਿਡੀ ਦੇਣੀਆਂ ਸੀ। ਉਹਦੇ ਵਿੱਚ ਅਸੀਂ ਮੇਕ ਸ਼ੋਰ ਕੀਤਾ ਕਿ ਇਨਸਾਨ ਜਿਹੜਾ ਵਾ ਉਹ ਆਪਣਾ ਜਨ ਜੀਵਨ ਸੌਖਾ ਰੱਖ ਸਕੇ ਔਰ ਬਿਜ਼ਨਸ ਜਿਹੜੇ ਆ ਉਹ ਸਸਟੇਨ ਕਰ ਸਕੇ। ਔਰ ਦੂਸਰੀ ਪ੍ਰਾਇੋਰਟੀ ਸਾਡੀ ਸੀ ਇਹ ਕਿ ਵੈਕਸੀਨੇਸ਼ਨ ਜਿਹੜੀ ਹੈਗੀ ਆ ਉਹ ਮੁਹੱਈਆ ਕਰਾਈ ਜਾਵੇ ਹਰ ਇੱਕ ਕੈਨੇਡੀਅਨ ਤਾਈਂ। ਉਹਦੇ ਵਿੱਚ ਅਸੀਂ ਰੱਖਿਆ ਸੀ ਵੀ ਸਪਟੈਂਬਰ ਦੇ ਐਂਡ ਤੱਕ ਅਸੀਂ ਜਿਹੜੀ ਹੈਗੀ ਆ ਇਹ ਵੈਕਸੀਨੇਸ਼ਨ ਹਰ ਇੱਕ ਕੈਨੇਡੀਅਨ ਜਿਹੜਾ ਐਲੀਜੀਬਲ ਆ ਉਹਨਾਂ ਦੀ ਬਾਂਹ ਦੇ ਵਿੱਚ ਲਾ ਦੇਣੀ ਆ। ਉਹਦੇ ਵਿੱਚ ਦੇਖੋ ਅਸੀਂ 2 ਮਹੀਨੇ ਪਹਿਲਾਂ, ਸਪਟੈਂਬਰ ਦਾ ਐਂਡ ਸੀਗਾ, 2 ਮਹੀਨੇ ਪਹਿਲਾਂ 66 ਮਿਲੀਅਨ ਜਿਹੜੀਆਂ ਡੋਜ਼ ਲਿਆ ਕੇ ਔਰ 83% ਤੋਂ ਵੱਧ ਲੋਕ ਜਿਹੜੇ ਨੇ ਉਹਨਾਂ ਨੂੰ ਸਿੰਗਲ ਡੋਜ਼ ਔਰ 73% ਤੋਂ ਵੱਧ ਕੈਨੇਡੀਅਨ ਜਿਹੜੇ ਨੇ ਉਹ ਡਬਲ ਡੋਜ਼ ਜਿਹੜੇ ਫੁੱਲੀ ਵੈਕਸੀਨੇਟਡ ਆ। ਮੈਂ ਧੰਨਵਾਦ ਕਰਦਾ ਤੁਹਾਡਾ ਐਜ ਏ ਮੀਡੀਆ ਕਿ ਤੁਸੀਂ ਲੋਕਾਂ ਤਾਈਂ ਇਹ ਅਵੇਅਰਨੈਸ ਲਿਆਂਦੀ ਔਰ ਕੈਨੇਡਾ ਦੇ ਸਾਰੇ ਲੋਕਾਂ ਦਾ ਔਰ ਖਾਸ ਕਰਕੇ ਸਰੀ ਨਿਊਟਨ ਦੇ ਜਿਹੜੇ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਨ੍ਹਾਂ ਨੇ ਜਿਹੜੀ ਆ ਉਹ ਫੁੱਲੀ ਵੈਕਸੀਨੇਟ ਹੋਏ ਔਰ ਉਹਦੇ ਵਿੱਚ ਜਿਹੜਾ ਕੈਨੇਡਾ ਹੈਗਾ ਉਹ ਲੀਡਰ ਹੋ ਕੇ ਉੱਭਰਿਆ। ਪਹਿਲਾਂ ਸ਼ੁਰੂ 'ਚ ਸਮੱਸਿਆਵਾਂ ਆਈਆਂ ਮਾੜੀਆਂ ਜਿਹੀਆਂ, ਪਰ ਹੁਣ ਦੇਖੋ 2 ਮਹੀਨੇ ਪਹਿਲਾਂ ਆਪਣਾ ਟੀਚਾ। ਸੋ ਹੁਣ ਇਸ ਸਟੇਜ ਨੂੰ ਤਾਂ ਜਿਹੜਾ ਸੀਗਾ ਇੱਕ ਦੁਨੀਆ ਦੇ ਵਿੱਚ ਜੇ ਪੁੱਛੋ ਅੱਜ ਜਸਟਨ ਟਰੂਡੋ ਉਹਨਾਂ ਨੇ ਇੱਕ ਵਧੀਆ ਲੀਡਰਸ਼ਿਪ ਪ੍ਰੋਵਾਈਡ ਕੀਤੀ। ਹੁਣ ਅੱਗੇ ਕ੍ਰਾਈਸਿਸ ਦੇ ਵਿੱਚੋਂ ਜਦੋਂ ਅਸੀਂ ਬਾਹਰ ਨਿਕਲਣਾ ਹੁਣ ਤਾਂ ਇਹ ਬੜਾ ਜ਼ਰੂਰੀ ਹੈ ਕਿ ਇਕਨੋਮਿਕ ਰਿਕਵਰੀ ਜਿਹੜੀ ਆ ਉਹ ਹੋ ਸਕੇ ਔਰ ਉਹਦੇ ਵਿੱਚ ਜਿਹੜੀਆਂ ਮਿਲੀਅਨ ਜੌਬਸ ਲੂਜ਼ ਹੋਈਆਂ, ਸਾਡੇ ਬਿਜ਼ਨਸ ਜਾਓ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਉਹਨਾਂ ਦੇ ਪੈਰ ਸਿਰ ਲੈ ਕੇ ਆਉਣਾ ਉਹ ਬਹੁਤ ਜ਼ਰੂਰੀ ਆ। ਔਰ ਉਹਦੇ ਲਈ ਇਹ ਬੜਾ ਜ਼ਰੂਰੀ ਆ ਕਿ ਕੈਨੇਡਾ ਦੇ ਲੋਕ ਜਿਹੜੇ ਆ ਉਹ ਉਸ ਲੀਡਰਸ਼ਿਪ ਨੂੰ ਮੈਂਡੇਟ ਦੇਣ ਵੀ ਕਿਹੜਾ ਲੀਡਰਸ਼ਿਪ ਕਿਹਨੇ ਵਧੀਆ ਢੰਗ ਦੇ ਨਾਲ ਕੋਵਿਡ ਦੇ ਵਿੱਚੋਂ ਦੀ ਸਾਨੂੰ ਕੱਢਿਆ ਔਰ ਅਗਲਾ ਜਿਹੜਾ ਤੀਜਾ ਗਵਰਨਮੈਂਟ ਹੋਵੇ, ਕਿਹੜੀ ਗਵਰਨਮੈਂਟ ਹੋਵੇ ਔਰ ਕਿਹੜਾ ਉਹਨੂੰ ਉਸ ਲਈ ਜਿਹੜਾ ਸੀਗਾ ਇਹ ਬਹੁਤ ਜ਼ਰੂਰੀ ਸੀਗਾ ਕਿ ਲੋਕਾਂ ਦਾ ਮੈਂਡੇਟ ਉਹ ਦਿੱਤਾ ਜਾਵੇ। ਉਸ ਕਰਕੇ ਜਿਹੜਾ ਹੈਗਾ ਇਹ ਅਸੀਂ ਦਰਅਸਲ ਤੁਸੀਂ ਕਹਿੰਦੇ ਹੋ ਕਿ ਜੋ ਤੁਸੀਂ ਕੀਤੇ ਹੈ ਡਿਊਰਿੰਗ ਦਾ ਪੈਂਡੈਮਿਕ ਪੀਰੀਅਡ ਉਹਦਾ ਇੱਕ ਰੈਫਰੈਂਡਮ ਹੈ, ਅਸਲ ਦੇ ਵਿੱਚ ਮੈਂਡੇਟ ਹੈ ਕਿ ਅਸੀਂ ਜੋ ਕੰਮ ਕੀਤੇ ਨੇ ਕਿ ਤੁਸੀਂ ਕਿਉਂਕਿ ਹੋਸਟ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਇਕਨੋਮਿਕ ਰਿਕਵਰੀ ਵੀ ਹੈ, ਅੱਗੇ ਅਸੀਂ ਕ੍ਰਾਈਸਿਸ ਦੇ ਵਿੱਚੋਂ ਕੱਢਣਾ ਕਿਵੇਂ ਹੈ। ਜਦੋਂ ਘੱਟ ਗਿਣਤੀ ਸਰਕਾਰ ਹੁੰਦੀ ਹੈ ਬਹੁਤ ਸਾਰੀਆਂ ਸਮੱਸਿਆਵਾਂ ਨੇ, ਕਦੇ ਕੋਈ ਪਾਰਟੀ ਢੁੱਚਰ ਭੇਟਦੀ ਆ, ਕਦੇ ਕੋਈ ਪਾਰਟੀ ਢੁੱਚਰ ਭੇਟਦੀ ਆ, ਕਈ ਫੈਸਲੇ ਲੈਣੇ ਹੁੰਦੇ ਨੇ ਫੌਰੀ ਤੌਰ ਤੇ ਲਏ ਨਹੀਂ ਜਾ ਸਕਦੇ। ਅੱਛਾ ਮੈਨੂੰ ਹੁਣ ਦੱਸਿਓ ਇਹ ਤੁਸੀਂ ਕਿਹਾ ਨਾ ਜਿਹੜਾ
देखो एक बहुत जरूरी हुंदा कि परखिया नुमाइंदा हुण देखो सरी न्यूटन की जो गल करदे आ एक वो परखिया नुमाइंदा जिहड़ा हमेशा लोकां च रहा इहदे विचों कोई बंदा ये नहीं कह सकदा भी इंसान विरोधी भी नहीं कह सकदे विरोधी भी नहीं कहंदे हैगे ठीक है ना वो भी इनफैक्ट ये कहंदे ने भी जदों मर्जी जिथे मर्जी सद लो पहुंच जांदा जी आपदे समय चों समा और जदों आपां हुण लीडरशिप की भी गल करते हैं वो परखिया होया साडा जिहड़ा हैगा इस वेले लीडर हैगा इस सिचुएशन दे विचों दी आ जिहड़ी धालीवाल साहब तुसीं गल कीती है दरअसल एक पंजाबी दी कहान है कि खुशी का टाइम होवे चंगे वेलिਆਂ 'ਚ ਤਾਂ ਤੁਹਾਡੇ ਘਰ ਕੋਈ ਵੀ ਨੱਚਣ ਆ ਜਾਂਦਾ ਹੈ ਪਤਾ ਲੱਗ ਜਾਂਦਾ ਤੁਹਾਡੇ ਤੇ ਮਾੜਾ ਵਕਤ ਪੈਂਦਾ ਕਿ ਖੜਦਾ ਕੌਣ ਹੈ ਅੱਛਾ ਮੈਨੂੰ ਇਹ ਦੱਸਿਓ ਹੁਣ ਬਹੁਤ ਮਾੜੇ ਸਮੇਂ ਦੇ ਵਿੱਚ ਦੀ ਲੰਘੇ ਕਿਤੇ ਬੈਂਕਰਪਸੀ ਦਾ ਨੋਟਿਸ ਨਹੀਂ ਦੇਖਿਆ ਕਿਤੇ ਕੋਈ ਡੋਰ ਕਲੋਜ਼ਰ ਇਸ ਤਰ੍ਹਾਂ ਨਹੀਂ ਦੇਖਿਆ ਕਿ ਫੈਕਟਰੀ ਬੰਦ ਹੋ ਗਈ ਇਹਦਾ ਕੀ ਕਾਰਨ ਕਿ ਜਸਟਨ ਟਰੂਡੋ ਜਾਂ ਤੁਹਾਡੀ ਜਿਹੜੀ ਸਰਕਾਰ ਸੀ ਉਹਨਾਂ ਨੇ ਲੋਕਾਂ ਦੀ ਬਾਹ ਫੜੀ ਜਾਂ ਉਹਦੇ ਕੋਈ ਕਾਰਨ ਇਹ ਸੀ ਕਿ ਇਕਨੋਮੀ ਸਾਡੀ ਬਹੁਤ ਸਟਰੋਂਗ ਸੀ ਕੀ ਕਾਰਨ ਸੀ ਜਦੋਂ ਹੁਣ ਆਪਾਂ ਗੱਲ ਕਰਦੇ ਹੈਗੇ ਤੁਸੀਂ ਕੁਐਸਚਨ ਪੁੱਛਿਆ ਹੈਗਾ ਵੀ ਬੈਂਕਰਪਸੀ ਨਹੀਂ ਦੇਵੀਆਂ ਉਹਦਾ ਕਾਰਨ ਇੱਕੋ ਹੀ ਸੀਗਾ ਕਿ ਜਾਂ ਅਸੀਂ ਜਿਹੜਾ ਸੀ ਉਹ ਗਵਰਨਮੈਂਟ ਜਿਹੜੀ ਸੀ ਚੱਕ ਲਈ ਕਿਉਂਕਿ ਟ੍ਰਿਪਲ ਏ ਰੇਟਿੰਗ ਕਰਕੇ ਗਵਰਨਮੈਂਟ ਨੂੰ ਜਦੋਂ ਲੋਨ ਲੈਣਾ ਸੀ ਅਸੀਂ ਲਿਆ ਉਹ 1% ਤੋਂ ਵੀ ਥੱਲੇ ਹੈਗਾ ਜੇ ਅਸੀਂ ਲੋਕਾਂ ਦੇ ਇੱਕ ਪਾਸੇ ਬੈਂਕਰਪਸੀ ਦੂਸਰੇ ਪਾਸੇ ਅਸੀਂ ਉਹਨਾਂ ਦੇ ਕ੍ਰੈਡਿਟ ਕਾਰਡ ਦੇ ਉੱਤੇ ਪੈਸੇ ਜਿਹੜੇ ਸੀ ਉਹ ਲੈਣੇ ਪੈਂਦੇ ਉਹਨਾਂ ਨੂੰ 24% 18 ਤੋਂ 24% ਇੰਟਰਸਟ ਦੇਣਾ ਪੈਣਾ ਸੀ ਉਹਦੇ ਨਾਲ ਸਮੱਸਿਆ ਜਿਹੜੀ ਸੀਗੀ ਉਹ ਗੰਭੀਰ ਹੋ ਜਾਣੀ ਸੀਗੀ ਆਮ ਸਧਾਰਨ ਇਨਸਾਨ ਲਈ ਔਰ ਆਮ ਬਿਜ਼ਨਸ ਲਈ ਅਸੀਂ ਉਹਨਾਂ ਨੂੰ ਉਹਦੇ ਵਿੱਚੋਂ ਜਿਹੜਾ ਸੀਗਾ ਨਜਿੱਠਣ ਲਈ ਤਾਂ ਕਿ ਉਹਨਾਂ ਦੀ ਹੈਲਪ ਹੋ ਸਕੇ ਇਹ ਜਿਹੜਾ ਕਦਮ ਸੀਗਾ ਉਹ ਅਸੀਂ ਜਿਹੜਾ ਸੀ ਉਹ ਚੱਕਿਆ ਅੱਛਾ ਧਾਲੀਵਾਲ ਸਾਹਿਬ ਹੁਣ ਆਪਾਂ ਉਚੇਚੇ ਤੌਰ ਤੇ ਤੁਹਾਡੀ ਰਾਈਡਿੰਗ ਦੀ ਕਨਸਟੀਚੁਐਂਸੀ ਦੀ ਗੱਲ ਕਰੀਏ ਸਰੀ ਨਿਊਟਨ ਦੇ ਵਿੱਚ ਆਪਣਾ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਆਪਣੇ ਨੌਜਵਾਨ ਕੁਝ ਨਸ਼ਿਆਂ ਵਿੱਚ ਵੀ ਨੇ ਕੁਝ ਆਪਾਂ ਵੇਖਦੇ ਹਾਂ ਕਿ ਠਾਠੂ ਵੀ ਸਰੀ 'ਚ ਹੁੰਦੀ ਰਹਿੰਦੀ ਹੈ ਆਮ ਲੋਕ ਮਹਿਸੂਸ ਕਰਦੇ ਹੈ ਕਿ ਭਾਵੇਂ ਇਹ ਸਿਟੀ ਦਾ ਮੁੱਦਾ ਹੈ ਭਾਵੇਂ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਮੁੱਦਾ ਹੈ ਪਰ ਉਹ ਤੁਹਾਡੇ ਵੱਲ ਵੀ ਦੇਖਦੇ ਰਹਿੰਦੇ ਹੈ ਕਿ ਕੀ ਕੀਤਾ ਜਾਵੇ ਤਿੰਨੋਂ ਹੀ ਸਰਕਾਰਾਂ ਮਿਲ ਕੇ ਕਿਵੇਂ ਕੰਮ ਕਰਨ ਕਿਵੇਂ ਇਸ ਮੁੱਦੇ ਨੂੰ ਨਜਿੱਠਿਆ ਜਾਵੇ ਤੁਸੀਂ ਲਗਾਤਾਰਤਾ ਦੇ ਨਾਲ ਨੁਮਾਇੰਦਗੀ ਕਰਦੇ ਹੋ ਤੁਸੀਂ ਦੱਸਿਆ ਕਿ ਭਾਵੇਂ ਮੈਂ ਮੈਂਬਰ ਪਾਰਲੀਮੈਂਟ ਨਹੀਂ ਵੀ ਸੀ ਮੈਂ ਤਾਂ ਵੀ ਲੋਕਾਂ ਦੇ ਦੁੱਖ 'ਚ ਸੁੱਖ ਸ਼ਰੀਕ ਹੁੰਦਾ ਰਿਹਾ ਹੁਣ ਇਸ ਮਸਲੇ ਨੂੰ ਕਿੰਨੀ ਕੁ ਗੰਭੀਰਤਾ ਨਾਲ ਤੁਸੀਂ ਉਠਾਓਗੇ ਜੇਕਰ ਦੁਬਾਰਾ ਚੁਣੇ ਜਾਂਦੇ ਹੋ ਦੇਖੋ ਜਦੋਂ ਤੁਸੀਂ ਇੱਕ ਤਾਂ ਬਹੁਤ ਵਧੀਆ ਜਿਹੜਾ ਉਹ ਕਿਹਾ ਵੀ ਤੁਸੀਂ ਤਿੰਨੇ ਆਰਡਰਸ ਆਫ ਗਵਰਨਮੈਂਟ ਦੀ ਗੱਲ ਕੀਤੀ ਵੀ ਰਲ ਕੇ ਕੰਮ ਕਰਨ ਇਸ ਵਿਸ਼ੇ ਨੂੰ ਨਜਿੱਠ ਇਹ ਹੈ ਵੀ ਇੰਪੋਰਟੈਂਟ ਮੁੱਦਾ ਵੀ ਹੈਗਾ ਇਹ ਕਿਉਂਕਿ ਦੇਖੋ ਮੈਂ ਵੀ ਬੱਚੇ ਆਪਣੇ ਇਸੇ ਕਮਿਊਨਿਟੀ 'ਚ ਰੇਜ਼ ਕੀਤੇ ਆ ਮੇਰੇ ਸੀਨੀਅਰ ਪੇਰੈਂਟਸ ਵੀ ਇੱਥੇ ਰਹੇ ਮੇਰਾ ਬਿਜ਼ਨਸ ਵੀ ਇੱਥੇ ਹੀ ਆ ਜੋ ਇਸ ਕਮਿਊਨਿਟੀ ਦਾ ਮੈਂ ਪਾਰਟ ਆ ਔਰ ਅਸੀਂ ਜਿਹੜਾ ਇਹ ਦੇਖਦੇ ਹੈਗੇ ਜਦੋਂ ਇਸ ਗੰਭੀਰ ਮਸਲੇ ਨੂੰ ਉਹਦੇ ਵਿੱਚ ਚਾਹੇ ਸਾਡੀਆਂ ਕਮਿਊਨਿਟੀ ਆਰਗੇਨਾਈਜੇਸ਼ਨਸ ਉਹਦੇ ਵਿੱਚ ਪੇਰੈਂਟਸ ਸਕੂਲ ਬੋਰਡ ਬਾਡੀਜ਼ ਤੇ ਤਿੰਨੇ ਆਰਡਰਸ ਆਫ ਗਵਰਨਮੈਂਟ ਸਾਨੂੰ ਰਲ ਕੇ ਕੰਮ ਕਰਨਾ ਪੈਣਾ ਤਾਂ ਕਿ ਅਸੀਂ ਉਹਦੇ ਮਦਦ ਕਰ ਸਕੀਏ ਉਹਦੇ ਵਿੱਚ ਪਿੱਛੇ ਅਸੀਂ ਕੀ ਕੀਤਾ ਅੱਗੇ ਅਸੀਂ ਕੀ ਕਰਨ ਜਾ ਰਹੇ ਪਿੱਛੇ ਜਿਹੜਾ ਸੀਗਾ ਜਦੋਂ ਆਪਾਂ ਦੇਖਦੇ ਹਾਂ ਇਸ ਮਸਲੇ ਦੇ ਉੱਤੇ ਜਦੋਂ ਪਹਿਲੀ ਗੱਲ ਤਾਂ ਅਸੀਂ ਜਾ ਕੇ ਅਵੇਅਰਨੈਸ ਲਿਆਉਣੀ ਤਾਂ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਚਾਹੇ ਸਾਡੇ ਉਹ ਮਿਨਿਸਟਰ ਨੇ ਚਾਹੇ ਉਹ ਸਾਡੇ ਪਾਰਲੀਮੈਂਟਰੀ ਸੈਕਟਰੀ ਚਾਹੇ ਸਾਡੀ ਕਾਕਸ ਆ ਉਹਨਾਂ ਨੂੰ ਇਹ ਮਸਲਾ ਜਿਹੜਾ ਸੀ ਹਰ ਵਕਤ ਉਹਨਾਂ ਨੂੰ ਪ੍ਰਧਾਨ ਮੰਤਰੀ ਵੀ ਇੱਥੇ ਆਏ ਮਿਨਿਸਟਰ ਵੀ ਪਾਰਲੀਮੈਂਟਰੀ ਸੈਕਟਰੀ ਵੀ ਉਹਨਾਂ ਨੂੰ ਅਸੀਂ ਕਿਹਾ ਕਿ ਵੀ ਅਸੀਂ ਜਿਹੜਾ ਹੈਗਾ ਉਹ ਸਖਤ ਕਾਨੂੰਨ ਵੀ ਬਣਾਉਣੇ ਪੈਣਗੇ ਨਾਲ ਜਿਹੜੇ ਰਿਸੋਰਸਿਸ ਵੀ ਕਮਿਊਨਿਟੀਜ਼ ਦੇ ਵਿੱਚ ਪਾਉਣੇ ਪੈਣਗੇ ਜਿਹੜੇ ਬੜੇ ਜ਼ਰੂਰੀ ਆ ਕਿਉਂਕਿ ਜਿਹੜੀ ਆ ਪ੍ਰੀਵੈਂਸ਼ਨ ਤੇ ਐਜੂਕੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ ਆ ਠੀਕ ਹੈ ਨਾ ਉਹਦੇ ਵਿੱਚ ਅਸੀਂ ਜਿਹੜਾ ਸੀ ਲੈਜਿਸਲੇਸ਼ਨ ਲਿਆਂਦਾ ਜਿਹਦੇ ਵਿੱਚ ਅਸਾਲਟ ਵੈਪਨ ਜਿਹੜੇ ਸੀ ਮਿਲਟਰੀ ਸਟਾਈਲ ਉਹਨਾਂ ਨੂੰ ਅਸੀਂ ਟੋਟਲ ਬੈਨ ਕੀਤਾ ਔਰ ਨਾਲ ਤੁਸੀਂ ਜਦੋਂ ਸਿਟੀਜ਼ ਦੀ ਗੱਲ ਕੀਤੀ ਇਸ ਕਿ ਸਿਟੀਜ਼ ਨਾਲ ਅਸੀਂ ਰਲ ਕੇ ਕੰਮ ਕਰਾਂਗੇ ਔਰ ਸਿਟੀਜ਼ ਨੂੰ ਇਹ ਕਵਾਂਗੇ ਦੇਵਾਂਗੇ ਕਹਿਤਾ ਵੀ ਜੇ ਤੁਸੀਂ ਹੈਂਡਗਨਸ ਵੀ ਬੈਨ ਕਰਨੇ ਚਾਹੁੰਦੇ ਅਸੀਂ ਤੁਹਾਡੀ ਮਦਦ ਕਰਾਂਗੇ ਔਰ ਦੂਸਰਾ ਹੈ ਰਿਸੋਰਸਿਸ ਪੁੱਟ ਟੂਗੇਦਰ ਕਰਨ ਦੀ ਗੱਲ ਉਹਦੇ ਵਿੱਚ ਅਸੀਂ ਸੂਬੇ ਨੂੰ ਜਦੋਂ ਲੋੜ ਸੀ ਉਹਨਾਂ ਨੂੰ ਵੀ ਅਸੀਂ ਪੈਸੇ ਦਿੱਤੇ ਔਰ ਫਿਰ ਅਸੀਂ ਕਿਹਾ ਵੀ ਸਿਟੀ ਆਫ ਸਰੀ ਨੂੰ ਖਾਸ ਕਰਕੇ ਜਿਹੜੇ ਸੀਗੇ 7.some ਮਿਲੀਅਨ ਡਾਲਰ ਜਿਹੜੇ ਸੀ ਉਹ ਦਿੱਤੇ ਜਿਹੜੇ ਉਹਨਾਂ ਨੇ ਹੋਰ ਡਿਫਰੈਂਟ 10-11 ਡਿਫਰੈਂਟ ਆਰਗੇਨਾਈਜੇਸ਼ਨ ਨੂੰ ਸਰੀ ਨੇ ਜਿਹੜੇ ਪੈਸੇ ਉਹ ਡਿਸਾਈਡ ਕੀਤਾ ਵੀ ਕਿਹਨੂੰ ਉਹਨਾਂ ਨੇ ਦੇਣੇ ਤਾਂ ਕਿ ਉਹ ਜਿਹੜੇ ਸਕੂਲ ਏਜਡ ਬੱਚੇ ਆ ਜਿਹੜੇ ਇੱਧਰ ਨੂੰ ਜਾਣ ਵਾਸਤੇ ਪ੍ਰੋਨ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਆਪਾਂ ਉਹ ਤੋਂ ਬਚਾ ਸਕਦੇ ਹਾਂ ਉਸ ਲਈ ਉਹ ਇਨਵੈਸਟਮੈਂਟ ਜਿਹੜੀ ਕੀਤੀ ਔਰ ਉਹਦੇ ਵਿੱਚ ਹੁਣੇ ਹੀ ਲੇਟਲੀ ਬਿਲ ਬਲੇਅਰ ਆਏ ਸੀ ਅਸੀਂ ਉਹਨਾਂ ਨਾਲ ਰਾਊਂਡ ਟੇਬਲ ਵੀ ਕੀਤੀ ਉਹ ਜਿਹੜੀਆਂ ਸਾਰੀਆਂ ਆਰਗੇਨਾਈਜੇਸ਼ਨ ਸੀ ਮੇਅਰ ਨਾਲ ਸੀਗੇ ਉਹਦੇ ਵਿੱਚ ਉਹਨਾਂ ਨੇ ਸਾਨੂੰ ਪ੍ਰੋਗਰੈਸ ਦੱਸੀ ਵੀ ਇਹਦੇ ਨਾਲ ਜਿਹੜੀ ਆ ਉਹ ਪ੍ਰੋਗਰੈਸ ਜਿਹੜੀ ਆ ਉਹ ਮੇਕ ਕੀਤੀ ਔਰ ਮੂਵਿੰਗ ਫਾਰਵਰਡ ਇਹੀ ਹੈਗੀ ਆ ਕਿ ਮੇਕ ਸ਼ੋਰ ਕਰਾਂਗੇ ਕਿ ਫੈਡਰਲ ਗਵਰਨਮੈਂਟ ਦੂਜੀਆਂ ਗਵਰਨਮੈਂਟਸ ਨਾਲ ਔਰ ਕਮਿਊਨਿਟੀ ਆਰਗੇਨਾਈਜੇਸ਼ਨ ਸਕੂਲ ਬੋਰਡ ਨਾਲ ਰਲ ਕੇ ਇਹ ਕਦਮ ਚੱਕਦੀ ਰਹੇ ਬਾਕੀ ਹੈ ਸੀ ਇਨਫਲਕਸ ਜਿਹੜੀ ਬਾਹਰੋਂ ਆਉਂਦੀ ਸੀ ਉਹਦੇ ਲਈ ਬੜਾ ਜ਼ਰੂਰੀ ਸੀਗਾ CBSA ਦੇ ਵਿੱਚ ਰਿਸੋਰਸਿਸ ਜਿਹੜੇ ਪਾਏ ਜਾਣ ਐਡੀਸ਼ਨਲ CBSA ਆਫੀਸਰ ਐਡੀਸ਼ਨਲ RCMP ਆਫੀਸਰ ਤਾਂ ਕਿ ਸਾਡੀਆਂ ਪੋਰਟਸ ਜਾਂ ਜਿਹੜੀਆਂ ਸਾਡੇ ਬਾਰਡਰਸ ਹੈਗੇ ਲੈਂਡ ਬਾਰਡਰਸ
ਉਹਨਾਂ ਤੇ ਉਹਦੀ ਰੋਕਥਾਮ ਜਿਹੜੀ ਆ ਜਿਹੜੇ ਸਮਗਲਿੰਗ ਦੇ ਹੋ ਰਹੇ ਸੀ ਹਥਿਆਰ ਉਹ ਲੱਗੇ, ਉਹਦੇ ਵਿੱਚ ਵੀ ਅਸੀਂ ਜਿਹੜਾ ਸੀ ਉਹ ਵਾਧਾ ਕੀਤਾ। ਪਰ ਇਹ ਵਚਨਬੱਧ ਤੁਸੀਂ ਜਿਸ ਤਰ੍ਹਾਂ ਕਿਹਾ ਕੀ ਕਰੋਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਮੇਕ ਸ਼ੋਰ ਕਰਾਂਗੇ, ਚਾਹੇ ਉਹ ਸਕੂਲ ਬੋਰਡ ਆ, ਚਾਹੇ ਉਹ ਸਿਟੀ ਆ, ਚਾਹੇ ਪ੍ਰੋਵਿੰਸਜ਼ ਆ, ਚਾਹੇ ਉਹ ਕਮਿਊਨਿਟੀ ਐਸੋਸੀਏਸ਼ਨ ਆ, ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ ਕਿ ਅਸੀਂ ਪ੍ਰੀਵੈਂਸ਼ਨ ਤੇ ਐਜੂਕੇਸ਼ਨ ਪ੍ਰੋਗਰਾਮ ਜਿਹੜੇ ਆ ਉਹ ਬੱਚਿਆਂ ਲਈ ਲੈ ਕੇ ਆਈਏ, ਰਿਸੋਰਸਿਸ ਪੁੱਟ ਟੂਗੇਦਰ ਕਰੀਏ ਤਾਂ ਕਿ ਬੱਚੇ ਇੱਧਰ ਨੂੰ ਨਾ ਜਾਣ। ਅੱਛਾ, ਇੱਕ ਹੋਰ ਦੱਸਿਓ, ਕੋਈ ਵੀ ਭਾਈਚਾਰਾ ਜਾਂ ਕੋਈ ਵੀ ਕਮਿਊਨਿਟੀ ਆ ਉਦੋਂ ਗਰੋ ਕਰਦੀ ਆ ਜਦੋਂ ਇਨਫਰਾਸਟ੍ਰਕਚਰ ਵਧੀਆ ਹੋਵੇ। ਹੁਣ ਆਪਾਂ ਸਰੀ ਦੇ ਵਿੱਚ ਵੇਖੀਏ ਬਹੁਤ ਲੰਬੇ ਸਮੇਂ ਤੋਂ ਲੋਕ ਉਡੀਕ ਕਰਦੇ ਆ ਕਿ ਐਕਸਟੈਂਡ ਕੀਤਾ ਜਾਵੇ। ਆਪਾਂ ਦੇਖਦੇ ਹਾਂ ਸਕਾਈ ਟ੍ਰੇਨ ਕਿੰਨੀ ਦੇਰ ਹੋ ਗਈ ਸੀ, ਪਹਿਲਾਂ LRT ਦਾ ਰੌਲਾ ਪੈਂਦਾ ਰਿਹਾ, ਪਿਛਲੀ ਜਿਹੜੀ ਇੱਥੋਂ ਦੀ ਸਥਾਨਕ ਸਰਕਾਰ ਆ ਉਹ ਕਹਿੰਦੇ ਨਹੀਂ ਅਸੀਂ ਤਾਂ LRT ਨਹੀਂ ਬਣਾਉਣੀ, ਹੁਣ ਪਹਿਲਾਂ ਉਹਦੇ ਤੇ ਵੀ ਪੈਸਾ ਧੇਲਾ ਦਿੱਤਾ। ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਉਹਦੇ ਪਿੱਛੇ ਜੇਕਰ ਪ੍ਰਾਈਮ ਮਿਨਿਸਟਰ ਆਉਂਦਾ ਹੈ ਜਾਂ MLA ਨੇ ਜੇਕਰ ਉਹ ਪ੍ਰੀਮੀਅਰ ਨੂੰ ਲੈ ਕੇ ਆਉਂਦੇ ਨੇ ਆਪਣੀ ਰਾਈਡਿੰਗ ਦੇ ਵਿੱਚ, ਉਹਦੇ ਵਿੱਚ ਤੁਹਾਡਾ ਕਿੰਨਾ ਕੁ ਯੋਗਦਾਨ ਹੁੰਦਾ, ਕਿੰਨੀ ਕੁ ਆਵਾਜ਼ ਬੁਲੰਦ ਕਰਨੀ ਪੈਂਦੀ ਹੈ ਕਿ ਸੱਚਮੁੱਚ ਸਰੀ ਨੂੰ, ਸਰੀ ਦੇ ਸਾਰੇ ਫਿਰਕਿਆਂ ਨੂੰ, ਸਾਰੇ ਹਲਕਿਆਂ ਨੂੰ, ਸਾਰੇ ਭਾਈਚਾਰਿਆਂ ਨੂੰ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੈ, ਕਿੰਨੀ ਕੁ ਆਵਾਜ਼ ਬੁਲੰਦ ਕਰਨੀ ਪੈਂਦੀ? ਦੇਖੋ ਪੂਰੀ ਆਵਾਜ਼ ਜਿਹੜੀ ਆ ਉਹ ਕਰਨੀ ਪੈਂਦੀ। ਮੈਂ ਤੁਹਾਨੂੰ ਪਹਿਲਾਂ ਹੁਣ ਪਿਛਲੀ ਐਗਜ਼ਾਮਪਲ ਦਿੰਦਾ, 2005 ਦੇ ਕਰੀਬ ਜਦੋਂ ਆਪਾਂ ਉਹ ਦੇਖਿਆ ਜਾਵੇ 6 ਦੇ ਕਰੀਬ 8 ਦੇ ਉਦੋਂ ਜਦੋਂ ਸੀਗਾ, ਉਦੋਂ ਜਦੋਂ ਪਾਲ ਮਾਰਟਨ ਪ੍ਰਧਾਨ ਮੰਤਰੀ ਸੀਗੇ, ਉਦੋਂ ਮੈਂ ਪੂਰੀ ਪੈਰਵਾਈ ਕੀਤੀ ਕਿ ਜਿਹੜੀ ਸਾਊਥ ਫਰੇਜ਼ਰ ਪੈਰੀਮੀਟਰ ਰੋਡ ਆ, ਹਾਈਵੇ 10 ਦੀ ਵਾਈਡਨਿੰਗ ਦੀ ਗੱਲ ਕਰਦੇ ਹੈਗੇ ਆ, 176 ਸਟਰੀਟ ਜਿਹਨੂੰ ਹਾਈਵੇ 15 ਕਹਿ ਦਿੰਦੇ ਆ ਜਿਹੜੀ ਆ, ਇਹਨਾਂ ਨੂੰ ਵਾਈਡਨ ਕਰਨੇ ਤਿੰਨੇ ਪ੍ਰੋਜੈਕਟ ਜਿਹੜੇ ਸੀਗੇ ਇਹ ਜਿਹੜੀ ਸੀਗੀ ਇਹ ਲਿਬਰਲ ਪਾਰਟੀ ਦੀ ਕ੍ਰੀਏਸ਼ਨ ਸੀ। ਉਸ ਵੇਲੇ ਮੈਂ ਰਲ ਕੇ, ਕਿਉਂਕਿ ਜਿਸ ਤਰ੍ਹਾਂ ਨੇਬਰਹੁੱਡ ਉਸ ਵੇਲੇ ਹਾਈਵੇ 10 ਕਿਉਂਕਿ ਮੇਰੀ ਕੰਸਟੀਟੂਐਂਸੀ ਪੈਂਦਾ, ਕੈਵਨ ਫਾਲਕਨ ਉਸ ਵੇਲੇ ਪ੍ਰੋਵਿੰਸ਼ੀਅਲ ਮਿਨਿਸਟਰ ਸੀ ਟਰਾਂਸਪੋਰਟ ਦੇ, ਉਹਨਾਂ ਦੇ ਨਾਲ ਮਿਲ ਕੇ ਫੈਡਰਲ ਗਵਰਨਮੈਂਟ ਨਾਲ ਕਰਕੇ ਮੇਕ ਸ਼ੋਰ ਕੀਤਾ ਕਿ ਜਿਹੜੀਆਂ ਆ ਰਹੀਆਂ ਸਮੱਸਿਆਵਾਂ, ਚਾਹੇ ਉਹ ਸਾਊਥ ਫਰੇਜ਼ਰ ਪੈਰੀਮੀਟਰ ਰੋਡ, ਉਹ ਵੀ ਮੇਰੇ ਕਿਉਂਕਿ ਨਿਊਟਨ ਨਾਰਥ ਡੈਲਟਾ ਮੇਰੀ ਰਾਈਡਿੰਗ ਸੀ, ਉਹ ਵੀ ਮੇਰੀ ਰਾਈਡਿੰਗ ਦੇ ਨਾਲ ਸੀ, ਹਾਈਵੇ 10 ਵੀ ਜਿਹੜਾ ਸੀ, ਉਹ ਦੋਨਾਂ ਦੇ ਵਿੱਚ ਜਿਹੜਾ ਸੀ ਪ੍ਰੋਵਿੰਸ਼ੀਅਲ ਗਵਰਨਮੈਂਟ ਔਰ ਫੈਡਰਲ ਗਵਰਨਮੈਂਟ ਦੇ ਵਿੱਚ ਜਿਹੜੀ ਸੀ ਮੈਂ ਪੂਰੀ ਆਵਾਜ਼ ਬੁਲੰਦ ਕੀਤੀ। ਉਸ ਤੋਂ ਬਾਅਦ ਆ ਗਈ ਹੁਣ LRT ਦੀ ਗੱਲ ਤੁਸੀਂ ਕਿਹਾ, ਠੀਕ ਹੈ ਨਾ, ਉਹਦੇ ਵਿੱਚ ਅਸੀਂ ਇਹ ਕਿਹਾ ਸੀਗਾ ਪ੍ਰਧਾਨ ਮੰਤਰੀ ਉਹਨਾਂ ਨੂੰ ਵੀ ਔਰ ਇਨਫਰਾਸਟ੍ਰਕਚਰ ਮਿਨਿਸਟਰ ਉਸ ਵੇਲੇ ਮਿਨਿਸਟਰ ਸੋਈ ਸੀਗੇ, ਬਈ ਦੇਖੋ ਭਾਈ ਅਸੀਂ ਜਿਹੜਾ ਹੈਗਾ ਇਹ ਲੱਤ ਨਹੀਂ ਲਾਉਣੀ ਚਾਹੁੰਦੇ, ਜਿਹੜਾ ਚੀਜ਼ ਗ੍ਰਾਸ ਰੂਟਸ ਡਿਸਾਈਡ ਕਰਦੀਆਂ ਨੇ ਉਸ ਵੇਲੇ ਦਾ ਜਿਹੜੇ ਨੇ ਮੇਅਰ ਐਂਡ ਕਾਉਂਸਲ ਡਿਸਾਈਡ ਕਰਦੀ, ਸਾਨੂੰ ਉਹਨੂੰ ਸਪੋਰਟ ਕਰਨਾ ਚਾਹੀਦਾ। ਉਸ ਵੇਲੇ ਉਹਨਾਂ ਨੇ ਕਿਹਾ ਵੀ ਅਸੀਂ LRT ਲੈ ਕੇ ਆਉਣੀ, ਅਸੀਂ LRT ਨੂੰ ਚੱਕੋ ਪੈਸੇ ਕੰਮ ਕਰੋ ਆਪਣਾ, ਠੀਕ ਹੈ ਨਾ। ਉਹ ਵੱਡੀਆਂ ਇਨਵੈਸਟਮੈਂਟ ਜਿਹੜੀਆਂ ਮੈਂ ਪਹਿਲਾਂ ਮੈਂਸ਼ਨ ਕੀਤੀਆਂ 2005 ਤੋਂ, ਉਦੋਂ ਬਾਅਦ ਇਹ ਪਹਿਲੀ ਵੱਡੀ ਇਨਵੈਸਟਮੈਂਟ ਸੀ। ਉਸ ਤੋਂ ਬਾਅਦ ਮੇਅਰ ਕਾਉਂਸਲ ਚੇਂਜ ਹੋ ਗਏ, ਹੁਣ ਮੇਅਰ ਨਵੀਂ ਕਾਉਂਸਲ ਜਿਹੜੀ ਆ ਉਹਨਾਂ ਦਾ ਮੈਂਡੇਟ ਸੀਗਾ ਵੀ ਨਹੀਂ ਜੀ ਅਸੀਂ LRT ਜਿਹੜੀ ਆ ਸਕ੍ਰੈਪ ਕਰ ਦੇਣੀ ਆ, ਹੁਣ ਹੈਗੀ ਆ ਸਕਾਈ ਟ੍ਰੇਨ। ਕੋਵਿਡ ਦੇ ਦੌਰਾਨ ਮੇਅਰ ਮਕਲਮ ਵਿਟਨੈਸ ਹੋਣਗੇ, ਮੈਂ ਉਹਨਾਂ ਨੂੰ ਜਿਹੜੀਆਂ ਮੀਟਿੰਗਸ ਕੀਤੀਆਂ ਅਸੀਂ ਸੋਸ਼ਲ ਡਿਸਟੈਂਸ ਰੱਖ ਕੇ, ਉਹਦੇ ਵਿੱਚ ਹਮੇਸ਼ਾ ਹੀ ਉਹਨਾਂ ਨੇ ਇਹ ਮੈਨੂੰ ਕਿਹਾ ਕਿ ਵੀ ਇਹ ਸਮੱਸਿਆ ਜਿਹੜੀ ਸਾਡੀ ਸਕਾਈ ਟ੍ਰੇਨ ਦੀ ਸੋਲਵ ਕਰਾਓ। ਇਹਦੇ ਵਿੱਚ ਸਮੱਸਿਆ ਵੱਡੀ, ਪੈਸਾ ਬਹੁਤ ਜ਼ਿਆਦਾ ਚਾਹੀਦਾ ਸੀ, ਪੈਸਾ ਚਾਹੀਦਾ ਸੀ। ਜੇ ਹੁਣ ਪੁਰਾਣੇ ਪੈਸੇ ਨਾ ਦੇਖਦੇ ਤਾਂ 166 ਤੇ ਜਾ ਕੇ ਖੜ ਜਾਣੀ ਸੀ, ਉਹ ਤਾਂ ਸਮੱਸਿਆ ਸਰੀ ਦੀ ਸਰੀ 'ਚ ਬੜੀ ਰਹਿ ਜਾਣੀ ਸੀ, ਠੀਕ ਹੈ ਨਾ। ਇਹ ਅਸੀਂ ਫਿਰ ਸਾਰੇ MP ਜਿਹੜੇ ਲਿਬਰਲ MP ਸੀਗੇ, ਚਾਹੇ ਉਹ ਸਰੀ ਦੇ ਸੀ ਚਾਹੇ BC ਦੇ, ਸਾਨੂੰ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪੈਂਦਾ। ਫਿਰ ਅਸੀਂ ਪ੍ਰਧਾਨ ਮੰਤਰੀ ਕੋਲ ਵਾਰ-ਵਾਰ, ਅਸੀਂ ਕਾਕਸ ਕੋਲ, ਇਨਫਰਾਸਟ੍ਰਕਚਰ ਮੰਤਰੀ ਕੋਲ ਇਹ ਵਾਰ-ਵਾਰ ਜਿਹੜੀ ਸੀ ਉਹ ਮੰਗ ਲੈ ਕੇ ਗਏ ਔਰ ਉਹਨਾਂ ਨੇ ਫਿਰ ਇਹ ਫੈਸਲਾ ਕੀਤਾ ਕਿ $1.3 ਬਿਲੀਅਨ ਜਿਹੜੇ ਨੇ ਉਹ ਅਸੀਂ ਇਹਦੇ ਵਿੱਚ ਇਨਵੈਸਟ ਕਰਨੇ ਹੈਗੇ ਆ ਇਨਫਰਾਸਟ੍ਰਕਚਰ ਦੇ ਵਿੱਚ। ਜਿਹੜੀ ਸਕਾਈ ਟ੍ਰੇਨ ਕਿੰਗ ਜੋਰਜ ਸਟੇਸ਼ਨ ਤੋਂ ਲੈਂਗਲੀ ਸਿਟੀ ਨੂੰ ਜਾਊ, ਜਿਹਦੇ ਵਿੱਚ 8 ਸਟੇਸ਼ਨ ਬਣ ਗਏ, 3 ਜਿਹੜੀਆਂ ਬੱਸ ਲੂਪਸ ਬਣ ਗਈਆਂ ਔਰ ਤਕਰੀਬਨ 60,000 ਤੋਂ 70,000 ਯਾਤਰੀ ਐਵਰੀਡੇ ਜਿਹੜੇ ਟ੍ਰਿਪ ਲੈਣਗੇ। ਉਹ 'ਚੋਂ 25,000 ਤੋਂ 30,000 ਉਹ ਯਾਤਰੀ ਹੋਣਗੇ ਜਿਹੜੇ ਨੇ ਕਦੇ ਵੀ ਸਕਾਈ ਟ੍ਰੇਨ ਨਹੀਂ ਲੈਂਦੀ। ਉਹਦੇ ਨਾਲ ਜਿੱਥੇ ਇੱਕ ਫਾਇਦਾ ਹੋਣਾ ਸੀਗਾ ਵੀ ਰਾਈਡਰਸ਼ਿਪ ਦਾ, ਉਹਦੇ ਨਾਲ ਜਿਹੜੇ ਲੋਕ ਆ ਉਹ ਜਦੋਂ ਲੈਂਗਲੀ ਵੱਲ ਨੂੰ ਜਾਣਗੇ ਅਫੋਰਡੇਬਿਲਿਟੀ ਵੀ ਆਊਗੀ, এনवायरमेंट 'ਚ ਵੀ ਜਿਹੜਾ ਸੀ ਉਹ ਫਾਇਦਾ ਹੋਊ ਜਿਹੜਾ ਅਸੀਂ ਨੈਟ ਜ਼ੀਰੋ ਚਾਹੁੰਦੇ ਹਾਂ ਬਾਈ 2050, ਔਰ ਨਾਲ ਹੀ ਜਿਹੜੇ 3,000 ਜੌਬਸ ਕ੍ਰੀਏਟ ਹੋਣਗੇ। ਨਾਲ ਹੀ ਅਸੀਂ UBC ਵਾਲੀ ਲਾਈਨ ਆ ਜਿਹੜੀ ਉਹ ਜਿਹੜੀ ਸੀਗੀ ਕੈਨੇਡਾ ਲਾਈਨ, ਮਿਲੀਨੀਅਮ ਲਾਈਨ, ਉਹਨੂੰ ਅਸੀਂ UBC ਤੇ ਲੈ ਗਏ ਤਾਂ ਕਿ ਬੱਚਿਆਂ ਨੂੰ, ਸਾਡਿਆਂ ਨੂੰ ਜਿਨ੍ਹਾਂ ਨੇ ਯੂਨੀਵਰਸਿਟੀ ਜਾਣਾ ਉਹਨਾਂ ਨੂੰ ਸਹੂਲਤ ਹੋਵੇ। ਜਿਹੜਾ ਸਮਾਂ ਲੈਂਗਲੀ ਤੋਂ ਕਿੰਗ ਜੋਰਜ ਤੱਕ 47 ਮਿੰਟ ਲੱਗਦੇ ਸੀ, ਉਹ 22 ਮਿੰਟ ਦੇ ਵਿੱਚ ਨਿਬੇੜਾਂਗੇ, 25 ਮਿੰਟ ਅੱਧੇ ਤੋਂ ਵੀ ਘੱਟ ਗਿਆ। ਅੱਛਾ, ਹੁਣ ਦੱਸੋ, ਇਹ ਇਨਫਰਾਸਟ੍ਰਕਚਰ ਵੱਡੀ ਜਿਹੜੀ ਸੀਗੀ ਕਿਉਂਕਿ 40% ਫੈਡਰਲ ਗਵਰਨਮੈਂਟ ਨੇ ਪਾਇਆ, 40 ਪ੍ਰੋਵਿੰਸ਼ੀਅਲ ਨੇ, 20% ਲਗਭਗ ਆਪਾਂ ਆਖੀਏ ਕਿ ਲੇਟ 80s ਤੋਂ ਬਾਅਦ ਇਹ ਵੱਡੀ ਮੇਰੇ ਖਿਆਲ ਦੇ ਵਿੱਚ ਇੱਥੇ ਇਨਵੈਸਟਮੈਂਟ ਹੋਣੀ ਹੈ। ਅੱਛਾ, ਹੁਣ ਮੈਨੂੰ ਇਹ ਦੱਸਿਓ
ਹਾਊਸਿੰਗ ਦੀ ਸਮੱਸਿਆ ਹਮੇਸ਼ਾ ਹੀ ਰਹਿੰਦੀ ਹੈ। ਪ੍ਰਧਾਨ ਮੰਤਰੀ ਸਾਹਿਬ ਆ ਵੀ ਉਹ ਵੀ ਹਾਊਸਿੰਗ ਦੀ ਗੱਲ ਕਰਦੇ ਆ, NDP ਲੀਡਰ ਉਹ ਵੀ ਹਾਊਸਿੰਗ ਦੀ ਗੱਲ ਕਰਦੇ ਆ, ਟੂਲ ਸਾਹਿਬ ਉਹ ਵੀ ਹਾਊਸਿੰਗ ਦੀ ਗੱਲ ਕਰਦੇ ਆ। ਦਰਅਸਲ ਇਹ ਲੋਕਾਂ ਦਾ ਮੁੱਦਾ ਹੈ। ਇਸ ਚੀਜ਼ ਉੱਤੇ ਕਿਵੇਂ ਤੁਸੀਂ ਦੇਖਦੇ ਹੋ, ਕਿਉਂਕਿ ਖਾਸ ਕਰਕੇ ਆਪਣਾ ਭਾਈਚਾਰਾ ਵੀ ਵੱਡੀ ਗਿਣਤੀ ਵਿੱਚ ਪ੍ਰਵਾਸ ਕਰਕੇ ਆ ਰਿਹਾ, ਉਹਨਾਂ ਦੇ ਸੁਪਨੇ ਵਿਚਾਰਿਆਂ ਦੇ ਪਹਿਲਾਂ ਹੀ ਚੂਰ ਹੋਈ ਜਾਂਦੇ ਆ। ਦੇਖੋ ਤੁਸੀਂ ਬਿਲਕੁਲ ਸਹੀ ਪੁਆਇੰਟ ਜਿਹੜਾ ਪਿਕ ਕੀਤਾ। ਉਹਦੇ ਵਿੱਚ ਹੁਣ ਆਪਾਂ ਪ੍ਰੀਵੀਅਸ ਰੈਕਡ ਦੇਖੀਏ, ਜਦੋਂ ਅਸੀਂ ਆਏ ਗਵਰਨਮੈਂਟ 'ਚ ਅਸੀਂ ਕਿਹਾ ਸੀ ਵੀ $40 ਬਿਲੀਅਨ ਓਵਰ ਨੈਕਸਟ 10 ਈਅਰਸ ਅਸੀਂ ਇਨਵੈਸਟ ਕਰਾਂਗੇ ਜਿਹਦੇ ਨਾਲ ਅਫੋਰਡੇਬਲ ਹਾਊਸਿੰਗ ਕ੍ਰੀਏਟ ਹੋਵੇ, ਠੀਕ ਹੈ ਨਾ। ਉਹਦੇ ਵਿੱਚ ਮੈਂ ਇੱਕ ਇੱਥੇ ਟੱਕ ਲਾਇਆ ਸੀ ਅਸੀਂ, ਜਿਹਨੂੰ ਕਹਿੰਦੇ ਆਪਾਂ ਗਰਾਊਂਡ ਬ੍ਰੇਕਿੰਗ ਸੈਰੇਮਨੀ ਕੀਤੀ ਸੀ। 75 ਐਵਨਿਊ ਤੇ 140 ਸਟਰੀਟ ਸਰੀ ਨਿਊਟਨ ਦੇ ਵਿੱਚ ਆ, ਉਹ ਇੰਡੀਜੀਨਸ ਪੀਪਲਸ ਹਾਊਸ ਸੀਗਾ, ਔਰ ਉਹ ਹੁਣ ਕੰਪਲੀਟ ਹੋ ਗਿਆ। ਉਹਦੇ ਵਿੱਚ ਉਹ ਇਨਵੈਸਟਮੈਂਟ, ਔਰ ਉਹਦੇ ਵਿੱਚ ਮੈਂ ਦੇਖ ਰਿਹਾ ਜਦੋਂ ਜਾ ਕੇ ਗੱਲ ਕੀਤੀ, ਉਹ ਕਹਿੰਦੇ ਜੀ ਅਸੀਂ 1100 ਰੈਂਟ ਦਿੰਦੇ ਆ। ਹੁਣ ਅਫੋਰਡੇਬਲ ਜਿਹੜਾ ਵਾ ਉਹ ਬਿਲਡਿੰਗ ਉਹਨਾਂ ਲਈ ਕ੍ਰੀਏਟ ਕਰਤੀ ਉਸ ਵੇਲੇ ਉਹ ਇਨਵੈਸਟਮੈਂਟ, ਕਿਉਂਕਿ ਉਹਦੇ ਵਿੱਚ ਸੂਬੇ ਨੇ ਸਾਡਾ ਸਾਥ ਦਿੱਤਾ ਨਾਲ, ਠੀਕ ਹੈ ਨਾ। ਫਿਰ ਜਿਹੜੀ ਹੋਮਲੈਸ ਰੇਟ ਸੀਗਾ ਉਹ 25% ਘਟ ਗਿਆ। ਕੱਲਾ ਉਹੀ ਨਹੀਂ, ਉਸ ਵੇਲੇ ਅਸੀਂ ਜਿਹੜੀ ਸੀ ਫਸਟ ਟਾਈਮ ਹੋਮ ਬਾਇਰ ਪਾਲਿਸੀ ਵੀ ਜਿਹੜੀ ਸੀਗੀ ਉਹ ਲੈ ਕੇ ਆਂਦੀ। ਪਰ ਹੁਣ ਜੇ ਦੇਖਿਆ ਜਾਵੇ ਨਾਲ ਰੈਪਿਡ ਹਾਊਸਿੰਗ, ਐਕਚੁਅਲੀ ਮੈਂ ਹੋਰ ਦੱਸਣਾ ਚਾਹੁੰਦਾ ਤੁਹਾਨੂੰ ਵੀ ਆਪਾਂ ਸਰੀ ਦੀ ਗੱਲ ਕਰਦੇ ਹਾਂ। ਸਰੀ ਦੇ ਵਿੱਚ ਅਸੀਂ ਜਿੰਨੇ ਲਿਬਰਲ MP ਸੀ ਅਸੀਂ ਜਾ ਕੇ ਕਿਹਾ ਵੀ ਸਾਡੇ ਜਿਹੜੀਆਂ ਨੇ ਇਨਵੈਸਟਮੈਂਟ ਇੱਥੇ, ਕਿਉਂਕਿ ਅੱਗੇ ਹੁੰਦਾ ਜੀ ਸੂਬੇ ਨੂੰ ਪੈਸੇ ਦਿਓ, ਸੂਬਾ ਸਿਟੀ ਹੁੰਦਾ। ਅਸੀਂ ਸਿੱਧੀ ਅਪਰੋਚ ਰੱਖੀ ਬਈ ਮੇਅਰ ਮਕੈਲਮ ਤੇ ਉਹਨਾਂ ਦੀ ਟੀਮ ਨੂੰ $26 ਮਿਲੀਅਨ ਸਿੱਧਾ ਦਿੱਤਾ ਵੀ ਤੁਸੀਂ ਅਫੋਰਡੇਬਲ ਹਾਊਸਿੰਗ ਜਿਹੜੀ ਆ ਉਹ ਸਰੀ 'ਚ ਕ੍ਰੀਏਟ ਕਰੋ। ਜੇ ਤੁਸੀਂ ਇਹਨੂੰ ਛੇਤੀ ਫਿਨਿਸ਼ ਕਰ ਦਿੰਦੇ ਹੋ ਟਾਈਮ ਤੋਂ ਪਹਿਲਾਂ, ਜੇ ਪੈਸੇ ਹੋਰ ਪਏ ਤੁਹਾਨੂੰ ਹੋਰ ਦੇਵਾਂਗੇ। ਸੋ ਬੇਸਿਕਲੀ ਇਹ ਸੀਗਾ ਅਫੋਰਡੇਬਲ ਹਾਊਸਿੰਗ ਜਿਹੜੀ ਆ ਹੋਰ ਯੂਨਿਟਸ ਕ੍ਰੀਏਟ ਕਰਨੇ। ਪਰ ਹੁਣ ਨਵੀਂ ਇੱਕ ਪਾਲਿਸੀ ਜਿਹੜੀ ਅਸੀਂ ਅਨਾਊਂਸ ਕੀਤੀ ਆ ਉਹ 3 ਪ੍ਰੋਂਗ ਪਾਲਿਸੀ ਹੈਗੀ। ਅੱਛਾ ਜੀ। ਨੰਬਰ 1 ਕਿ ਅਸੀਂ ਵੱਧ ਤੋਂ ਵੱਧ ਅਪਰਚੂਨਿਟੀ ਦੇਵਾਂਗੇ ਲੋਕਾਂ ਨੂੰ ਉਹ ਹੋਮ ਓਨਰ ਬਣ ਸਕਣ, ਰੈਂਟਲ ਟੂ ਓਨਰਸ਼ਿਪ, ਠੀਕ ਹੈ। ਪਹਿਲਾਂ ਉਹ ਰੈਂਟ ਤੇ ਰਹਿੰਦੇ ਆ, ਫਿਰ ਓਨਰਸ਼ਿਪ ਲੈ ਸਕਣ। ਫਿਰ ਬੈਂਕਾਂ ਦੇ ਕਿਹਾ ਉਹਨਾਂ ਨੂੰ ਸੈਕਰੀਫਾਈਸ ਕਰਨਾ ਪਊਗਾ, ਮੇਕ ਸ਼ੋਰ ਕਰਾਂਗੇ ਜਿਹੜੀਆਂ ਉਹਨਾਂ ਦੀਆਂ ਮੌਰਗੇਜ ਪੇਮੈਂਟਸ ਆ ਉਹ ਘੱਟ ਜਾਣ। ਔਰ ਕੀ ਪੁਆਇੰਟ ਹੈਗਾ ਕਿ ਜਿਹੜਾ ਅਸੀਂ ਇੱਕ ਐਸੀ ਟੈਕਸ ਇਨਸੈਂਟਿਵ ਕ੍ਰੀਏਟ ਕਰਾਂਗੇ ਹੋਮ ਬਾਇਰਸ ਪ੍ਰੋਗਰਾਮ ਦੇ ਵਿੱਚ, ਉਹ ਜਿਹੜਾ ਟੈਕਸ ਕ੍ਰੈਡਿਟ ਆ ਅਪ ਟੂ $30,000 ਹਰੇਕ ਜਿਹੜਾ ਵਾ ਉਹ ਨਵੇਂ ਬਾਇਰ ਨੂੰ ਉਹਦਾ ਫਾਇਦਾ ਹੋਊਗਾ। ਜਿਸ ਤਰ੍ਹਾਂ RSP 'ਚ ਮਨੀ ਗਰੋ ਹੁੰਦੀ ਆ ਟੈਕਸ ਫ੍ਰੀ, ਉਸੇ ਤਰ੍ਹਾਂ ਉਹ ਜਿਹੜਾ ਅਪ ਟੂ 30,000 ਉਹ ਇਨਵੈਸਟ ਕਰ ਸੂ। ਉਹਦੇ ਨਾਲ ਜਿਹੜਾ ਹੈਗਾ ਹੋਮ ਰੈਂਟਲ ਟੂ ਹੋਮ ਓਨਰਸ਼ਿਪ $30,000 ਉਹ ਹੋ ਗਿਆ। ਔਰ ਦੂਸਰਾ ਇਹ ਹੈਗਾ ਕਿ ਅਸੀਂ ਐਡੀਸ਼ਨਲ ਹੋਮ ਜਿਹੜੇ ਨੇ 1.4 ਮਿਲੀਅਨ ਜਾਂ ਨਵੇਂ ਹਾਊਸਿੰਗ ਜਾਂ ਰੈਨੋਵੇਟ ਯੂਨਿਟਸ ਕਰਾਂਗੇ ਤਾਂ ਕਿ ਅਫੋਰਡੇਬਿਲਿਟੀ ਜਿਹੜੀ ਆ ਸਕੇ। ਔਰ ਤੀਸਰਾ ਇਹ ਹੈਗਾ ਵੀ ਪਾਰਦਰਸ਼ੀ ਕ੍ਰੀਏਟ ਕਰਾਂਗੇ, ਪਾਰਦਰਸ਼ੀ ਅਕਾਊਂਟੇਬਲ। ਉਹਦੇ ਪਾਰਦਰਸ਼ੀ 'ਚ ਕੀ ਹੋਏਗਾ ਕਿ ਇਹ ਮੇਕ ਸ਼ੋਰ ਕਰਾਂਗੇ ਜਦੋਂ ਹੋਮ ਬਾਇਰ ਨੇ ਬਾਏ ਕਰਨਾ, ਇੱਕ ਜਿਹੜੀ ਬਿਡਿੰਗ ਆ ਉਹਨੂੰ ਬੰਦ ਕਰਾਂਗੇ ਜਿਹੜੀ ਹੈਗੀ ਸੀਗੀ ਬਲਾਈਂਡ ਬਿਡਿੰਗ, ਠੀਕ ਹੈ। ਬਲਾਈਂਡ ਬਿਡਿੰਗ 'ਚ ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ, ਉਹਦੇ ਵਿੱਚ ਜਿਹੜੀ ਆ ਪ੍ਰਾਈਸਿਸ ਜਿਹੜੀਆਂ ਉਹ ਸਕਾਈ ਰਾਕਟ ਹੁੰਦੇ। ਔਰ ਦੂਸਰਾ ਇਹ ਸੀਗਾ ਕਿ ਇੱਕ ਇਹ ਵੀ ਪੁਆਇੰਟ ਸਾਹਮਣੇ ਆ ਰਿਹਾ ਸੀ ਵੀ ਫੋਰਨ ਹੋਮ ਬਾਇਰ ਜਿਹੜੇ ਨੇ ਉਹ ਇਹਦੇ ਵਿੱਚ ਜਿਹੜਾ ਕੰਟਰੀਬਿਊਟ ਕਰਦੇ, ਉਹ ਅਸੀਂ ਕਿਹਾ ਵੀ ਅਸੀਂ 2 ਸਾਲਾਂ ਲਈ ਬੈਨ ਕਰ ਦਾਂਗੇ ਫੋਰਨ ਜਿਹੜਾ ਵਾ ਓਨਰਸ਼ਿਪ ਜਿਹੜੀ ਹੈਗੀ ਆ ਉਹ ਇਹਦੇ ਵਿੱਚ ਹਿੱਸਾ ਲੈ ਨਹੀਂ ਸਕੂਗੀ। ਧਾਲੀਵਾਲ ਸਾਹਿਬ, ਬੜੇ ਸਵਾਲ ਹੋਰ ਵੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਫਿਰ ਸਟੂਡੀਓ ਦੇ ਵਿੱਚ ਬੁਲਾਈਏ, ਤੇ ਸਾਡੀਆਂ ਤਾਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਨੇ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਜਦੋਂ ਤੱਕ ਇਹ ਚੋਣ ਪ੍ਰਚਾਰ ਚੱਲਦਾ ਰਹਿੰਦਾ ਗੱਲਬਾਤ ਕਰਾਂਗੇ। ਤੁਹਾਡਾ ਧੰਨਵਾਦ ਜੀ, ਮਿਹਰਬਾਨੀ। ਧੰਨਵਾਦ ਤੁਹਾਡਾ ਵੀ, ਕਿਉਂਕਿ ਤੁਸੀਂ ਆਪਣੇ ਦਰਸ਼ਕਾਂ ਤੱਕ ਕੰਸਟਰਕਟਿਵ ਵੇ ਦੇ ਨਾਲ ਇਹ ਲੈ ਕੇ ਜਾਂਦੇ। ਪਰ ਤੁਹਾਨੂੰ ਪਤਾ ਕਿ ਇਹ ਚੁਣਿਆ ਹੋਇਆ ਨੁਮਾਇੰਦਾ ਕਦੇ ਵੀ ਜਿਹੜਾ ਹੈਗਾ ਉਹ ਮੈਂ ਇਹ ਨਹੀਂ ਗਾ ਕਿ ਭੱਜਿਆ। ਅਕਾਊਂਟੇਬਿਲਿਟੀ ਚਾਹੇ ਉਹ ਮੇਰੇ ਕੰਸਟੀਟੂਐਂਟਸ ਨੂੰ ਹੋਵੇ ਚਾਹੇ ਮੀਡੀਆ ਨੂੰ ਹੋਵੇ, ਹਮੇਸ਼ਾ ਹਾਜ਼ਰ ਹੈ। ਜਦੋਂ ਵੀ ਹੁਕਮ ਕਰੋਗੇ ਤੁਹਾਡੇ ਥਰੂ ਆਪਣੇ ਕੰਸਟੀਟੂਐਂਟਸ ਦੇ ਨਾਲ ਰਾਬਤਾ ਜਿਹੜਾ, ਇਹ ਗੱਲ ਦੀ ਤਾਂ ਸਿਫਤ ਹੈ। ਅੱਜ ਵੀ ਤੁਹਾਨੂੰ ਕਿਹਾ ਸੀ, ਤੁਸੀਂ ਡੋਰ ਨੌਕਿੰਗ ਤੇ ਸੀ, ਤੁਸੀਂ ਝੱਟ ਦੇਣੇ ਆਏ ਹੋ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਸਬੱਬ ਬਣਦਾ ਰਹੇਗਾ। ਮਿਹਰਬਾਨੀ ਜੀ। ਮਿਹਰਬਾਨੀ ਮਿਸਟਰ ਬੈਨੀਪਾਲ ਜੀ। ਫਿਰ ਇੱਕ ਵਾਰ ਮੇਰੇ ਵੱਲੋਂ ਤੁਹਾਡਾ, ਸਾਂਝਾ TV ਦਾ ਔਰ ਸਮੂਹ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਚੜ੍ਹਦੀ ਕਲਾ। ਦੋਸਤੋ, ਇਹ ਸਨ ਸਰੀ ਨਿਊਟਨ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਸਾਹਿਬ, ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਜਾਂ ਉਹਨਾਂ ਦੀ ਪਾਰਟੀ ਨੂੰ ਕਿਉਂ ਵੋਟ ਦਿੱਤੀ ਜਾਵੇ। ਸੋ ਫੈਸਲਾ ਤੁਹਾਡਾ ਹੈ, ਪਰ ਸਾਡੀ ਬੇਨਤੀ ਇਹ ਹੈ ਕਿ ਚੋਣ ਵਾਲੇ ਦਿਨ ਇਲੈਕਸ਼ਨ ਡੇ ਤੇ ਆਪਣੀ ਵੋਟ ਕਾਸਟ ਜ਼ਰੂਰ ਕਰਿਓ। ਬਹੁਤ ਜੱਦੋ-ਜਹਿਦ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਇਹ ਹੱਕ ਲਿਆ ਸੀ। ਪ੍ਰੋਗਰਾਮ ਕਿਵੇਂ ਦਾ ਲੱਗਿਆ, ਚੰਗਾ ਲੱਗਿਆ, ਕਿਰਪਾ ਕਰਕੇ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਛੱਡਿਓ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ। ਤੁਸੀਂ ਦੇਖਦੇ ਰਹੋ ਸਾਂਝਾ TV।